ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 166ਵੇਂ ਸ਼ਬਦ ਦੀ ਵਾਰੀ ਹੈ ਜੀ। ਰਾਗੌੜੀ ਮਾਝ ਮਹੱਲਾ ਪੰਜਵਾਂ। ਏਕ ਓਂਕਾਰ ਸਤਿਗੁਰੂ ਪ੍ਰਸਾਦ। ਦੀਨ ਦਿਆਲ ਦਮੋਦਰ ਰਾਇਆ ਜੀਓ। ਕੋਟ ਜਨਾ ਕਰ ਸੇਵ ਲਗਾਇਆ ਜੀਓ। ਦੀਨ ਦਿਆਲ ਦਮੋਦਰ ਰਾਇਆ ਜੀਓ। ਕੋਟ ਜਨਾ ਕਰ ਸੇਵ ਲਗਾਇਆ ਜੀਓ। ਭਗਤ ਵਛਲ ਤੇਰਾ ਬਿਰਦ ਰਖਾਇਆ ਜੀਓ। ਪੂਰਨ ਸਭਨੀ ਜਾਈ ਜੀਓ। ਕਿਉ ਪੇਖਾਂ ਪ੍ਰੀਤਮਨ ਕਵਨ ਸਕਰਨੀ ਜੀਓ। ਸੰਤਾਂ ਦਾਸੀ ਸੇਵਾ ਚਰਨੀ ਜੀਓ। ਏ ਜਿਉ ਵਡਾਈ ਬਲ ਬਲ ਜਾਈ ਜੀਓ। ਤਿਸ ਨਿਵ ਨਿਵ ਲਾਗਿਓ ਪਾਈ ਜੀਓ। ਪੋਥੀ ਪੰਡਤ ਬੇਦ ਕੁਸ਼ੰਤਾ ਜੀਓ। ਹੋਏ ਬਿਰਾਗੀ ਤੀਰਥ ਨਾਵੰਤਾ ਜੀਓ। ਗੀਤ ਨਾਦ ਕੀਰਤਨ ਗਾਵੰਤਾ ਜੀਓ। ਹਰ ਨਿਰਭਉ ਨਾਮ ਧਿਆਈ ਜੀਓ। ਪੈ ਕਿਰਪਾਲ ਸੁਆਮੀ ਮੇਰੇ। ਪੈ ਕਿਰਪਾਲ ਸੁਆਮੀ ਮੇਰੇ ਜੀਓ। ਪਤਿਤ ਪਵਿੱਤ ਲਗ ਗੁਰ ਕੇ ਪੈਰੇ ਜੀਓ। ਪਰਮ ਪਉ ਕਾਟ ਕੀਏ ਨਿਰਵੈਰੇ ਜੀਓ। ਗੁਰ ਮਨ ਕੀ ਆਸ ਪੁਰਾਈ ਜੀਓ। ਜਿਨ ਨਾਮ ਪਾਇਆ ਸੋ ਧਨਵੰਤਾ ਜੀਓ। ਜਿਨ ਪ੍ਰਭ ਧਿਆਇਆ ਸੋ ਸੋਭਾਵੰਤਾ ਜੀਓ। ਜਿਸ ਸਾਧੂ ਸੰਗਤ ਤਿਸ ਸਭ ਸਕਰਨੀ ਜੀਓ। ਜਨ ਨਾਨਕ ਸਹਿਜ ਸਮਾਈ ਜੀਓ। ਜਿਸ ਸਾਧੂ ਸੰਗਤ ਤਿਸ ਸਭ ਸਕਰਨੀ ਜੀਓ। ਜਨ ਨਾਨਕ ਸਹਿਜ ਸਮਾਈ ਜੀਓ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ, ਜਿਸ ਤਰ੍ਹਾਂ ਇਹਨਾਂ ਪੰਕਤੀਆਂ 'ਚ ਗੁਰੂ ਜੀ ਕਹਿੰਦੇ ਹਨ, ਦੀਨ ਦਿਆਲ ਦਮੋਦਰ ਰਾਇਆ ਜੀਓ। ਕੋਟ ਜਨਾ ਕਰ ਸੇਵ ਲਗਾਇਆ ਜੀਓ। ਭਗਤਲ ਵਛਲ ਤੇਰਾ ਬਿਰਦ ਰਖਾਇਆ ਜੀਓ। ਪੂਰਨ ਸਭਨੀ ਜਾਏ ਜੀਓ। ਭਾਵ ਹੈ ਦੀਨਾਂ 'ਤੇ ਦਇਆ ਕਰਨ ਵਾਲੇ ਦਮੋਦਰ। ਦਮੋਦਰ ਰਾਇਆ ਭਾਵ ਪਰਮੇਸ਼ਰ। ਦਮੋਦਰ ਕ੍ਰਿਸ਼ਨ ਜੀ ਨੂੰ ਵੀ ਕਹਿੰਦੇ ਹਨ ਜੀ। ਹਰੀ ਰਾਜਾ ਭਾਵ ਸ੍ਰਿਸ਼ਟੀ ਦਾ ਮਾਲਕ ਪਰਮੇਸ਼ਰ ਅਤੇ ਸ੍ਰਿਸ਼ਟੀ ਦੇ ਰਾਜਾ ਜੀਓ। ਰਾਇਆ ਭਾਵ ਰਾਜਾ ਜੀਓ। ਇਸ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲੇ ਪਰਮੇਸ਼ਰ, ਤੁਸੀਂ ਅਣਗਿਣਤ ਜੀਵਨਾਂ ਨੂੰ ਪੈਦਾ ਕਰਕੇ ਅਤੇ ਉਹਨਾਂ ਨੂੰ ਸਾਰਿਆਂ ਨੂੰ ਆਪਣੀ ਆਪਣੀ ਸੇਵਾ ਵਿੱਚ ਲਾਇਆ ਹੋਇਆ ਹੈ ਜੀ। ਭਾਵ ਆਪਣੇ ਆਪਣੇ ਕੰਮ ਲਗਾਇਆ ਹੋਇਆ ਹੈ ਜੀ। ਭਾਵ ਹੇ ਪਰਮੇਸ਼ਰ, ਹੇ ਸਿਰਜਣਹਾਰ ਕਰਤਾ ਪੁਰਖ, ਇਹ ਸਾਰੀ ਸ੍ਰਿਸ਼ਟੀ ਸਾਜ ਕੇ ਅਤੇ ਹਰ ਜੀਵਾਂ ਨੂੰ, ਹਰ ਇੱਕ ਜੀਵ ਨੂੰ ਤੁਸੀਂ ਉਹਨਾਂ ਦੇ ਆਪਣੇ ਕਮੀ ਲਗਾਇਆ ਹੋਇਆ ਹੈ ਜੀ। ਅਤੇ ਇਹ ਤੁਸੀਂ ਸਾਰਾ ਕੁਛ ਫਿਰ ਤੁਹਾਡਾ ਹੀ ਖੇਲ ਰਚਾਇਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਆ, ਪਰਮੇਸ਼ਰ ਅਤੇ ਕਈ ਗੁਰਮੁਖ ਭਗਤਾਂ ਨੂੰ, ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰਨ ਵਾਲਿਆਂ ਨੂੰ ਪਿਆਰ ਕਰਨਾ ਤੁਹਾਡਾ ਸੁਭਾਅ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਵੀ ਇਸ ਜਗਤ ਸੰਸਾਰ ਵਿੱਚ ਰਖਾਇਆ ਵਰਤਾਇਆ ਭਾਵ ਤੁਸੀਂ ਸਾਜਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਤੁਸੀਂ ਸਭਨਾਂ ਥਾਵਾਂ 'ਤੇ ਪਰਿਪੂਰਨ ਹੋ ਜੀ। ਭਾਵ ਤੁਸੀਂ ਸਭਨੀ ਥਾਈਂ ਜੀਓ। ਭਾਵ ਤੁਸੀਂ ਸਭ ਥਾਵਾਂ 'ਤੇ ਵਿਆਪਕ ਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ ਮੈਂ ਆਪਣੇ ਪਰਮੇਸ਼ਰ ਰੂਪ ਪ੍ਰੀਤਮ ਪਿਆਰੇ ਨੂੰ ਕਿਸ ਤਰ੍ਹਾਂ ਵੇਖਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਕਿਹੜੀ ਸ਼ੁਭ ਕਰਨੀ ਹੈ ਜੀ। ਸ਼ੁਭ ਕਰਮ ਮੈਂ ਕਰਾਂ ਜਿਸ ਨਾਲ ਮੇਰਾ ਪਰਮੇਸ਼ਰ ਨਾਲ, ਸਿਰਜਣਹਾਰ ਨਾਲ
ਮਿਲਾਪ ਹੋ ਜਾਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਹ ਮੈਨੂੰ ਦੱਸੋ ਜੀ ਕਿ ਮੈਨੂੰ ਪਰਮੇਸ਼ਰ ਦੀ ਦੱਸ ਪਾਓ ਕਿ ਅਜਿਹੇ ਕੌਣ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਜਿਹੇ ਜਿਨ੍ਹਾਂ ਨੂੰ ਇਸ ਦਾ ਪਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਨੇ, ਅਜਿਹੇ ਗੁਰਮੁਖ ਸੰਤਾਂ ਦੀ ਮੈਂ ਦਾਸੀ ਬਣ ਜਾਵਾਂਗਾ ਜੀ। ਫਿਰ ਗੁਰੂ ਜੀ ਕਹਿੰਦੇ ਆ, ਅਤੇ ਉਹਨਾਂ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਚਰਨਾਂ ਦੀ ਸੇਵਾ ਕਰਨ ਲੱਗਾਂਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਂ ਆਪਣੀ ਇਹ ਜ਼ਿੰਦਗੀ ਉਹਨਾਂ ਗੁਰਮੁਖਾਂ ਤੋਂ ਵਾਰ ਦੇਵਾਂਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਉਸ ਤੋਂ ਮੈਂ ਬਲ ਜਾਵਾਂ, ਭਾਵ ਬਲਿਹਾਰੇ ਜਾਵਾਂਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਂ ਇਸ ਦੱਸਣ ਵਾਲੇ ਰਸਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਸੰਤ ਗੁਰੂ ਦੇ ਨਿਵ ਕੇ ਚਰਨੀ ਲੱਗਾਂਗਾ ਜੀ, ਭਾਵ ਬੜਾ ਆਭਾਰੀ ਹੋਵਾਂਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਭਾਈ, ਕੋਈ ਪੰਡਤ ਵੇਦਾਂ ਭਾਵ ਪੋਥੀ ਪੰਡਤ ਵੇਦ ਖੁਜੰਤਾ ਜੀਓ, ਹੋਏ ਵਿਰਾਗੀ ਤੀਰਥ ਨਵੰਤਾ ਜੀਓ, ਗੀਤ ਨਾਦ ਕੀਰਤਨ ਗਵੰਤਾ ਜੀਓ, ਹਰ ਨਿਰਭਉ ਨਾਮ ਧਿਆਈ ਜੀਓ। ਗੁਰੂ ਜੀ ਕਹਿੰਦੇ ਹਨ ਕਿ ਕਈ ਪੰਡਤ ਵੇਦਾਂ ਤੇ ਪੋਥੀਆਂ ਦਾ ਪਾਠ ਕਰ ਕਰਕੇ, ਦਿਖਾਵੇ ਦੇ ਪਾਠ ਕਰਕੇ ਉਸ ਦੀਨ ਦਿਆਲ ਪਰਮੇਸ਼ਰ ਨੂੰ ਖੋਜ ਰਹੇ ਹਨ, ਲੱਭ ਰਹੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਨੇ, ਅਤੇ ਕਈ ਆਪਣਾ ਘਰ ਬਾਰ ਛੱਡ ਕੇ ਵਿਰਾਗੀ ਬਣ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਕਈ ਤੀਰਥਾਂ ਤੇ ਇਸ਼ਨਾਨ ਕਰ ਰਹੇ ਹਨ ਜੀ ਕਿ ਇਸ ਤਰ੍ਹਾਂ ਪਰਮੇਸ਼ਰ ਮਿਲ ਜਾਏਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਕਈ ਗੀਤ ਨਾਦ ਅਤੇ ਕੀਰਤਨ ਕਰ ਰਹੇ ਹਨ ਜੀ ਕਿ ਸ਼ਾਇਦ ਮੈਂ ਇਸ ਤਰ੍ਹਾਂ ਉਸ ਨਿਰਭਉ ਪਰਮੇਸ਼ਰ ਨੂੰ ਯਾਦ ਕਰਾਂ ਅਤੇ ਉਸ ਨੂੰ ਮਿਲ ਜਾਵਾਂਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਮੁਖੋ, ਜਦੋਂ ਮੇਰੇ ਮਾਲਕ ਪਰਮੇਸ਼ਰ ਨੇ ਮੇਰੇ ਉੱਤੇ ਮਿਹਰ ਹੋਈ, ਕਿਰਪਾਲੂ ਹੋਏ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਤਾਂ ਅਸੀਂ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਉਹਨਾਂ ਦੇ ਚਰਨਾਂ ਕਮਲਾਂ ਨਾਲ ਲੱਗ ਕੇ ਪਵਿੱਤਰ ਹੋ ਗਏ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਗੁਰੂ ਨੇ ਸਾਡੇ ਭਰਮ ਭਉ ਕੱਟ ਕੇ ਮੈਨੂੰ ਨਿਰਵੈਰੇ ਭਾਵ ਵੈਰ ਤੋਂ ਰਹਿਤ ਵਾਲਾ ਕਰ ਦਿੱਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਗੁਰੂ ਨੇ ਮੇਰੇ ਮਨ ਦੀ ਆਸਾਂ ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਲਾ ਕੇ ਮੇਰੀ ਆਸਾ ਪੂਰੀ ਕਰ ਦਿੱਤੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਗੁਰਮੁਖਾਂ ਨੇ ਪਰਮੇਸ਼ਰ ਹਰੀ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਜਪਿਆ ਹੈ ਜੀ, ਉਹਨਾਂ ਨੇ ਅਤੇ ਉਹਨਾਂ ਤੇ ਪਰਮੇਸ਼ਰ ਦੀ ਮਿਹਰ ਕਿਰਪਾਲੂ ਹੋਇਆ ਹੈ ਜੀ। ਉਹਨਾਂ ਨੇ ਉਸ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਹੈ ਜੀ, ਭਾਵ ਉਹ ਇਸ ਪਰਮੇਸ਼ਰ ਦਾ ਹੀ ਇੱਕ ਅੰਸ਼ ਹੋ ਗਏ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਗੁਰਮੁਖਾਂ ਉਹ ਗੁਰਮੁਖ ਧੰਤਾ ਦੇ ਯੋਗ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਤੇ ਇਹ ਗੁਰਮੁਖ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ ਸਿਮਰਦੇ ਹਨ ਜੀ। ਅਤੇ ਫਿਰ ਗੁਰੂ ਜੀ ਕਹਿੰਦੇ ਹਨ, ਉਹ ਸ਼ੋਭਾਵੰਤੀ ਭਾਵ ਉਹ ਸ਼ੋਭਾ ਵਾਲੇ ਹੋ ਜਾਂਦੇ ਹਨ ਜੀ, ਵਡਿਆਈ ਵੱਲ ਦੇ ਪਾਤਰ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਗੁਰਮੁਖਾਂ ਨੂੰ ਗੁਰੂ ਰੂਪ ਸਾਧੂ ਦੀ ਸੰਗਤ ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਪ੍ਰਾਪਤੀ ਹੋ ਗਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹਨਾਂ ਦੀ ਸਾਰੀ ਕਰਨੀ ਉੱਤਮ ਤੇ ਸ੍ਰੇਸ਼ਟ ਹੈ ਜੀ।
ਅਤੇ ਵਿਕਾਰਾਂ ਰਹਿਤ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੁਆਰਾ ਫਿਰ ਸਹਿਜ ਅਵਸਥਾ ਵਿੱਚ ਲੀਨ ਹੋ ਜਾਂਦੇ ਹਨ ਜੀ, ਅਤੇ ਆਪਣੇ ਮੂਲ ਨੂੰ ਪਹਿਚਾਨ ਕੇ ਉਸ ਪਰਮੇਸ਼ਰ ਦਾ ਹੀ ਅੰਸ਼ ਹੋ ਜਾਂਦੇ ਹਨ ਜੀ। ਇਸ ਸ਼ਬਦ ਦਾ ਸਹਾਰ ਇਸ ਤਰ੍ਹਾਂ ਕਰੀਏ ਜੀ, ਜਿਸ ਤਰ੍ਹਾਂ ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ, ਸੰਤਾਂ ਦਾਸੀ ਸੇਵਾ ਚਰਨੀ ਜੀਓ। ਗੁਰੂ ਜੀ ਕਹਿੰਦੇ ਹਨ ਸੰਤਾਂ ਦਾਸੀ ਸੇਵਾ ਭਾਵ ਕਿ ਆਪਣੇ ਵਿਕਾਰਾਂ ਨੂੰ ਇੱਕ ਪਾਸੇ ਰੱਖ ਕੇ, ਆਪਣੀ ਹਉਮੈ ਨੂੰ ਪਾਸੇ ਰੱਖ ਕੇ ਤਾਂ ਹੀ ਸੰਤਾਂ ਦੇ ਦਾਸੀ ਅਸੀਂ ਬਣ ਸਕਦੇ ਹਾਂ। ਭਾਵ ਤਾਂ ਹੀ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਰੂਪ ਗੁਰੂ ਰੂਪ ਚਰਨ ਸੇਵਕ ਬਣ ਸਕਦੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਵਿਖਾਵੇ ਦੇ ਵੇਦ ਪਾਠ ਜਾਂ ਤੀਰਥ ਇਸ਼ਨਾਨੀ ਜਾਂ ਬਰਾਗੀ ਬਣਨ ਨਾਲੋਂ ਕੇਵਲ ਅਤੇ ਕੇਵਲ ਉਸ ਨਿਰਭਉ ਨਿਰੰਕਾਰ ਦਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨੂੰ ਧਿਆਉਣਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਜਪਣ ਤੇ ਧਿਆਉਣ ਵਾਲੇ ਸੋਭਾਵੰਤੀ ਧਨਵੰਤੇ ਹੁੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਸੰਤਾਂ ਦੀ ਦਾਸੀ ਬਣਨ ਤੋਂ ਭਾਵ ਸੰਤਿਆਂ ਦਾ ਆਗਿਆਕਾਰੀ, ਭਾਵ ਉਹਨਾਂ ਦਾ ਹੀ ਇੱਕ ਅੰਸ਼ ਹੋ ਜਾਣਾ ਜੀ, ਅਤੇ ਆਪਣੇ ਪਰਮੇਸ਼ਰ ਸਾਈਂ ਵਿੱਚ ਸਮਾਏ ਰਹਿਣਾ ਜੀ। ਸੋ ਸਿਧਾਂਤ ਇਹ ਹੈ ਜੀ ਕਿ ਜਿਨ੍ਹਾਂ ਗੁਰਮੁਖਾਂ ਨੂੰ ਸਾਧੂ ਰੂਪ ਗੁਰੂ ਦੀ ਸੰਗਤ ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲੋਂ ਜੁੜ ਗਏ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਉੱਤੇ ਸ੍ਰੇਸ਼ਟ ਕਰਨੀ ਭਾਵ ਪਰਮੇਸ਼ਰ ਇਹ ਉਹਨਾਂ ਦੀ ਸ੍ਰੇਸ਼ਟ ਕਰਨੀ ਹੈ ਜੀ, ਅਤੇ ਪਰਮੇਸ਼ਰ ਵੀ ਫਿਰ ਉਹਨਾਂ 'ਤੇ ਕਿਰਪਾਲੂ ਹੁੰਦਾ ਹੈ ਜੀ, ਦਿਆਲ ਹੁੰਦਾ ਹੈ ਜੀ, ਅਤੇ ਉਹ ਸਹਿਜ ਅਵਸਥਾ ਵਿੱਚ ਸਮਾ ਜਾਂਦੇ ਹਨ ਜੀ। ਭਾਵ ਉਹ ਆਪਣੇ ਹਰ ਮੂਲ ਨੂੰ ਪਹਿਚਾਣ ਕੇ ਗੁਰੂ ਨਾਲ ਲਿਵ ਲਗਾ ਲੈਂਦੇ ਹਨ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀ ਇਸ ਪੰਕਤੀ 'ਚ ਗੁਰੂ ਜੀ ਸਾਨੂੰ ਦੱਸਦੇ ਹਨ ਜਿਸ ਸਾਧੂ ਸੰਗਤ ਤੇ ਸਭ ਸੁਕਰਨੀ ਜੀਓ, ਜਿਸ ਸਾਧੂ ਸੰਗਤ ਤਿਸ ਸਭ ਸੁਕਰਨੀ ਜੀਓ, ਜਨ ਨਾਨਕ ਸਹਿਜ ਸਮਾਈ ਜੀਓ, ਜਨ ਨਾਨਕ ਸਹਿਜ ਸਮਾਈ ਜੀਓ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।